ਸਿਲੇਬਸ ਦੇ ਵਿੱਚ ਐਡ ਆਨ ਇਹ ਕੀਤਾ ਜਾ ਸਕਦਾ ਹੈ ਕਿ ਇੱਕ ਸਬਜੈਕਟ ਹੀ ਬਣਾ ਦਿੱਤਾ ਜਾਵੇ ਕਿ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਟੀਚਰਸ ਉਹਨੂੰ ਸਮਝਾਉਣ ਜ਼ਿਆਦਾ। ਰੀਸੈਂਟ ਕੇਸ ਆਇਆ ਕੈਨੇਡਾ ਦਾ, ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਮੁੰਡੇ ਵਾਲਿਆਂ ਵੱਲੋਂ ਇਲਜ਼ਾਮ ਕੀ ਲਾਏ ਜਾ ਰਹੇ ਨੇ ਕਿ ਕੁੜੀ ਜਿਹੜੀ ਆ ਉਹ ਘੰਟਾ ਘੰਟਾ ਆਪਣੀ ਮਦਰ ਦੇ ਨਾਲ ਤਾਂ ਗੱਲ ਕਰ ਰਹੀ ਹੈ ਪਰ ਮੁੰਡੇ ਨਾਲ ਨਹੀਂ ਕਰ ਰਹੀ, ਮੁੰਡੇ ਨਾਲ 1 ਮਿੰਟ ਬੜੀ ਮੁਸ਼ਕਿਲ ਨਾਲ ਗੱਲ ਕਰ ਰਹੀ ਹੈ। ਹੁਣ ਇੱਥੇ ਸਾਨੂੰ ਸਮਝਣਾ ਵੀ ਇਹ ਵੀ ਪਏਗਾ ਕਿ ਜਦੋਂ ਕੁੜੀ ਦਾ ਵਿਆਹ ਹੋ ਗਿਆ, ਉਹਦਾ ਨਵਾਂ ਘਰ ਸ਼ੁਰੂ ਹੋ ਗਿਆ, ਤਾਂ ਪੁਰਾਣੇ ਘਰ ਦੀ ਦਖਲ ਅੰਦਾਜ਼ੀ ਵੀ ਘਟਣੀ ਚਾਹੀਦੀ। ਮੁੰਡੇ ਵਾਲਿਆਂ ਵੱਲੋਂ ਇਲਜ਼ਾਮ ਕੀ ਲਾਏ ਜਾ ਰਹੇ ਨੇ ਕਿ ਕੁੜੀ ਜਿਹੜੀ ਆ ਉਹ ਘੰਟਾ ਘੰਟਾ ਆਪਣੀ ਮਦਰ ਦੇ ਨਾਲ ਤਾਂ ਗੱਲ ਕਰ ਰਹੀ ਹੈ ਪਰ ਮੁੰਡੇ ਨਾਲ ਨਹੀਂ ਕਰ ਰਹੀ। ਜਦੋਂ ਹੁਣ ਮੁੰਡੇ ਨੇ ਪਹਿਲਾਂ ਹੀ ਸੌਦਾ ਕੀਤਾ, ਵਿਆਹ ਨਹੀਂ ਕਹੂੰਗਾ ਮੈਨੂੰ, ਸੌਦਾ ਕੀਤਾ ਹੈ, ਬਹੁਤ ਵੱਡੀ ਗੱਲ ਸਰ ਕਹਿ ਰਹੇ ਹੋ। ਬਿਲਕੁਲ ਸੌਦਾ ਹੈ। ਤੁਸੀਂ ਅਗਰ ਅਖਬਾਰਾਂ ਦੇਖਦੇ ਹੋ ਤਾਂ ਕੀ ਲਿਖਿਆ ਹੁੰਦਾ, ਮੇਰੇ ਫਾਦਰ ਸਾਹਿਬ ਨੂੰ ਕਿਹਾ ਗਿਆ ਕਿ ਇਟਲੀ ਤੋਂ ਮੁੰਡਾ ਆਇਆ ਅਤੇ ਤੁਸੀਂ ਕੁੜੀ ਦਾ ਰਿਸ਼ਤਾ ਕਰੋਗੇ, ਅਤੇ ਮੇਰੇ ਫਾਦਰ ਦਾ ਜਵਾਬ ਸੀ ਕਿ ਪੜ੍ਹਿਆ ਕਿੰਨਾ, ਅਤੇ ਉਹ ਕਹਿੰਦੇ ਤੁਸੀਂ ਪੜ੍ਹੇ ਤੋਂ ਕੀ ਲੈਣਾ, ਮੁੰਡਾ ਇਟਲੀ 'ਚੋਂ ਆਇਆ। ਅਤੇ ਮੇਰੇ ਘਰ ਦੇ ਕਹਿੰਦੇ ਸੀ ਵੀ ਨਹੀਂ, ਸਾਨੂੰ ਅਕਲ ਚਾਹੀਦੀ ਹੈ, ਸਾਨੂੰ ਇਟਲੀ ਨਹੀਂ ਚਾਹੀਦੀ। ਔਰ ਜਿੱਥੇ ਤੁਸੀਂ ਕੁਦਰਤ ਨੂੰ ਚੈਲੰਜ ਕਰਨ ਲੱਗ ਗਏ ਉੱਥੇ ਫਿਰ ਕੁਛ ਨਹੀਂ ਬਚਦਾ। ਇੱਥੇ ਇੱਕ ਛੋਟੀ ਜਿਹੀ ਗੱਲ ਮੇਰੇ ਹੋਰ ਦਿਮਾਗ 'ਚ ਆਈ ਜਿਹੜੀ ਜੋੜਨੀ ਬਹੁਤ ਜ਼ਰੂਰੀ ਹੈ। ਦੇਖੋ, ਵਿਆਹ ਦਾ ਜਿਹੜਾ ਰਿਸ਼ਤਾ ਹੈ ਉਹ ਜੁੜਦਾ ਕਦੋਂ? ਸਭ ਤੋਂ ਵਧੀਆ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਨੱਥੂ ਖੈਰੇ ਦੀ, ਜਿਹਨੂੰ ਅੱਜ ਅਸੀਂ ਪੁੱਠੇ ਪਾਸੇ ਲੈ ਲਿਆ। ਜਦੋਂ ਮੱਸੇ ਰੰਗੜ ਦਾ ਗਲਾ ਵੱਢਿਆ ਤਾਂ ਮੱਸੇ ਰੰਗੜ ਦੀ ਵਾਈਫ ਨੇ ਉਹਨਾਂ ਦਾ ਸੰਸਕਾਰ ਕਰਨ ਤੋਂ ਮਨਾ ਕਰਤਾ। ਸਾਡੇ ਬਹੁਤ ਲੋਕਾਂ ਦਾ ਘੱਟ ਧਿਆਨ ਹੈ ਕਿ ਉਹ ਆਪਣੇ ਧਰਮ ਦੇ ਨਾਲ ਜੁੜੇ, ਉਹ ਆਪਣੇ ਸੰਸਕਾਰਾਂ ਦੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ ਹੈ। ਮੈਂ ਸੰਸਾਰਦੀਪ। ਦੋਸਤੋ, ਪੰਜਾਬ ਦੇ ਵਿੱਚ ਰਿਸ਼ਤਿਆਂ ਦੀ, ਪੰਜਾਬੀ ਕਲਚਰ ਦੇ ਵਿੱਚ ਰਿਸ਼ਤੇ ਨਾਤਿਆਂ ਦੀ ਜੋ ਅਹਿਮੀਅਤ ਪੁਰਾਣੇ ਸਮਿਆਂ ਤੋਂ ਚੱਲੀ ਆਉਂਦੀ, ਉਹ ਅੱਜ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਹਟਦੀ ਜਾਂਦੀ। ਕਾਰਨ ਕਈ ਨੇ, ਕਿਉਂਕਿ ਇੱਕ ਟਾਈਮ 'ਤੇ ਪੰਜਾਬ ਅਜਿਹਾ ਸੀ ਕਿ ਆਪਣੇ ਰਿਸ਼ਤੇ ਨਾਤੇ ਨਿਭਾਉਣ ਦੇ ਲਈ ਕਾਫੀ ਲੋਕ ਅਜਿਹੇ ਮਿਸਾਲਾਂ ਮਿਲਦੀਆਂ ਨੇ ਜਿਹੜੇ ਆਪਣੇ ਜਾਨ ਦੀ ਬਾਜ਼ੀ ਵੀ ਲਗਾ ਦਿੰਦੇ ਸੀ। ਪਰ ਸਮੇਂ ਦੇ ਨਾਲ ਨਾਲ ਕੁਝ ਇੱਦਾਂ ਦੇ ਹਾਲਾਤ ਬਣ ਗਏ, ਹੁਣ ਜਿਹੜੇ ਵੀ ਮਸਲੇ ਚੱਲ ਰਹੇ ਨੇ ਉਦਾਹਰਨਾਂ ਨੇ ਕਿ ਰਿਸ਼ਤੇ ਨਾਤੇ ਇੱਕ ਸਿਰਫ ਮਤਲਬ ਦੇ ਰਹਿ ਗਏ ਨੇ। ਇਹਦੇ ਕਾਰਨ ਕਈ ਹੋ ਸਕਦੇ ਨੇ। ਸਾਰੇ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੇ ਲਈ ਮਾਤਾ ਗੁਜਰੀ ਕਾਲਜ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਪ੍ਰੋਫੈਸਰ ਜੁਝਾਰ ਸਿੰਘ ਸਾਡੇ ਨਾਲ ਨੇ। ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਮੈਨੂੰ ਅੱਜ ਦਾ ਵਿਸ਼ਾ ਸ਼ਾਇਦ ਤੁਹਾਡੇ ਮੂੰਹੋਂ ਇੰਨਾ ਕੁ ਵਧੀਆ ਲੱਗਿਆ ਕਿ ਇਸ ਚੀਜ਼ ਵਿਸ਼ੇ 'ਤੇ ਚਰਚਾ ਹੋਣੀ ਚਾਹੀਦੀ ਹੈ। ਔਰ ਇਹ ਮੁੱਦਾ ਸ਼ਾਇਦ ਬਹੁਤ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ। ਅੱਜ ਕੱਲ੍ਹ ਦਿਨਾਂ ਦੇ ਵਿੱਚ ਜਿਹੜੇ ਕੇਸਿਸ ਆਏ ਨੇ ਉਸ ਤੋਂ ਬਾਅਦ ਅਸੀਂ ਇਹ ਚੀਜ਼ਾਂ ਸੋਚਣੀਆਂ ਸ਼ੁਰੂ ਕੀਤੀਆਂ। ਸੋ ਮੈਨੂੰ ਲੱਗਦਾ ਕਿ ਦੇਰ ਆਏ ਪਰ ਦਰੁਸਤ ਆਏ। ਸਰ, ਪੁਰਾਣੇ ਸਮਿਆਂ ਦੀ ਥੋੜ੍ਹੀ ਜਿਹੀ ਗੱਲ ਕਰੀਏ, ਕਾਫੀ ਮਿਸਾਲਾਂ ਇਹੋ ਜਿਹੀਆਂ ਨੇ ਕਿ ਆਪਣੇ ਰਿਸ਼ਤੇ ਬਚਾਉਣ ਦੇ ਲਈ, ਆਪਣੇ ਰਿਸ਼ਤਿਆਂ ਦੇ ਲਈ ਕਾਫੀ ਕੁਰਬਾਨੀਆਂ ਵੀ ਲੋਕਾਂ ਨੇ, ਆਪਣੀ ਜਾਨ ਦੀ ਬਾਜ਼ੀ ਵੀ ਲਗਾਈ। ਉਸ ਟਾਈਮ ਜਦੋਂ ਇੰਨੀ ਅਹਿਮੀਅਤ ਸੀ, ਫਿਰ ਅੱਜ ਦੇ ਸਮੇਂ ਦੇ ਨਾਲ ਜੇ ਸੋਚਦੇ ਹੋ ਤੁਸੀਂ ਤਾਂ ਕਿੱਥੇ ਖੜਦੇ ਨੇ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਨਾਤੇ? ਦੇਖੋ, ਮੈਂ ਪਹਿਲਾਂ, ਮੇਰੀ ਆਦਤ ਹੈ ਕਿ ਮੈਂ ਬਹੁਤ ਜ਼ਿਆਦਾ ਹਿਸਟਰੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਕਿ ਅਗਰ ਅਸੀਂ ਦੇਖੀਏ ਤਾਂ ਸਭ ਤੋਂ ਵਧੀਆ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਨੱਥੂ ਖੈਰੇ ਦੀ, ਜਿਹਨੂੰ ਅੱਜ ਅਸੀਂ ਪੁੱਠੇ ਪਾਸੇ ਲੈ ਲਿਆ ਹੋਇਆ। ਅੱਜ ਗੱਲ ਕੀ ਹੁੰਦੀ ਹੈ ਕਿ ਐਰਾ ਗੈਰਾ ਨੱਥੂ ਖੈਰਾ, ਜਦ ਕਿ ਇਹ ਕਹਾਵਤ ਇੱਦਾਂ ਨਹੀਂ ਸੀ। ਇਹ ਕਹਾਵਤ ਸੀ ਐਰਾ ਗੈਰਾ ਨਾ ਨੱਥੂ ਖੈਰਾ। ਮਤਲਬ ਐਰਾ ਗੈਰਾ ਨੱਥੂ ਖੈਰਾ ਨਹੀਂ ਹੋ ਸਕਦਾ। ਨੱਥੂ ਖੈਰਾ ਹਿਸਟਰੀ 'ਚ ਜਦੋਂ ਦੇਖਦੇ ਹਾਂ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਦੋਂ ਮੱਸੇ ਰੰਗੜ ਦਾ ਗਲਾ ਵੱਢਿਆ ਤਾਂ ਮੱਸੇ ਰੰਗੜ ਦੀ ਵਾਈਫ ਨੇ ਉਹਨਾਂ ਦਾ ਸੰਸਕਾਰ ਕਰਨ ਤੋਂ ਮਨਾ ਕਰਤਾ। ਉਹ ਕਹਿੰਦੇ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਸਿਰ ਵੱਢ ਕੇ ਨਹੀਂ ਦਿੰਦੇ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਨਹੀਂ ਮਾਰਦੇ, ਉਨੀ ਦੇਰ ਤੱਕ ਮੈਂ ਸੰਸਕਾਰ ਨਹੀਂ ਕਰਾਂਗਾ। ਹਾਂ, ਅਤੇ ਜਿਹੜਾ ਨੱਥੂ ਖੈਰਾ ਹੈ ਉਹਨੇ ਪੱਗ ਵੱਟ ਭਰਾ ਬਣਿਆ ਹੋਇਆ, ਅਤੇ ਉਹਨੇ ਜਿਹੜਾ ਹੈਗਾ ਮਹਿਤਾਬ ਸਿੰਘ ਦੇ ਜਿਹੜਾ ਹੈਗਾ ਪੁੱਤ, ਉਹਨੂੰ ਆਪਣੇ ਕੋਲ ਰੱਖਿਆ ਹੋਇਆ। ਹੁਣ ਜਦੋਂ ਉਹਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈ, ਉਹਦੇ 'ਤੇ ਘੇਰਾ ਪਾ ਲਿਆ ਜਾਂਦਾ ਹੈ, ਤਾਂ ਜਿਹੜਾ ਮਹਿਤਾਬ ਸਿੰਘ ਦਾ ਪੁੱਤ ਹੈ ਉਹਨੂੰ ਨੱਥੂ ਖੈਰਾ ਜਿਹੜਾ ਆ ਉਹ ਲੈ ਕੇ ਚਲੇ ਜਾਂਦਾ ਹੈ। ਇਹਦੇ ਵਿੱਚ ਕਈ ਗੱਲਾਂ ਆਉਂਦੀਆਂ ਨੇ ਕਿ ਪਹਿਲਾਂ ਉਹ ਚਾਹੁੰਦਾ ਹੁੰਦਾ ਕਿ ਦੇ ਦੇਵਾਂ, ਉਸ ਤੋਂ ਬਾਅਦ ਉਹਦਾ ਮੁੰਡਾ ਕਹਿੰਦਾ ਹੈ ਕਿ ਤੁਸੀਂ ਭਗਵਟ ਭਰਾ ਹੋ ਅਤੇ ਅੱਜ ਭਰਾ ਦੇ ਫਰਜ਼ ਨੂੰ ਨਿਭਾਉਣ ਦੀ ਜ਼ਰੂਰਤ ਹੈ। ਅਤੇ ਇਹਦੇ ਵਿੱਚ ਇਹ ਵੀ ਆਉਂਦਾ ਹੈ ਕਿ ਉਹ ਬੱਚਾ ਜਿਹੜਾ ਹੈ ਉਹ ਬਚ ਜਾਂਦਾ ਅਤੇ ਉਹਦੀ ਬਾਕੀ ਸਾਰੀ ਫੈਮਿਲੀ ਲੜਦੀ ਹੋਈ ਮਰ ਜਾਂਦੀ ਹੈ। ਇੱਕ ਪਾਸੇ ਤਾਂ ਉਹ ਰਿਸ਼ਤੇ ਨੇ ਜਿਹੜੇ ਮੂੰਹ ਬੋਲੇ ਨੇ,
ਉਹਨਾਂ ਨੂੰ ਨਿਭਾਉਣ ਲਈ ਵੀ ਆਪਣੀ ਜਾਨ ਦੇ ਦਿੱਤੀ ਜਾਂਦੀ ਹੈ। ਅਤੇ ਅੱਜ ਉਹ ਰਿਸ਼ਤੇ ਵੀ ਨੇ ਜਿਨ੍ਹਾਂ ਨੂੰ ਬਹੁਤ ਪੱਕਾ ਰਿਸ਼ਤਾ ਕਿਹਾ ਜਾਂਦਾ ਹੈ, ਇੱਕ ਹਸਬੈਂਡ ਵਾਈਫ ਦਾ, ਉਹਦੇ ਵਿੱਚ ਵੀ ਅੱਜ ਜਿਹੜੇ ਸੌਦੇ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ। ਸੋ ਸੋਚਣ ਦੀ ਲੋੜ ਹੈ ਕਿ ਅਸੀਂ ਕਦਰਾਂ ਕੀਮਤਾਂ ਖਤਮ ਕੀਤੀਆਂ ਅਤੇ ਪੈਸੇ ਨੂੰ ਆਪਣੇ ਅੱਗੇ ਰੱਖਿਆ, ਜਦ ਕਿ ਜਿਹੜਾ ਸਿੱਖ ਧਰਮ ਸੀ ਉਹਦੇ ਵਿੱਚ ਪੈਸਾ ਇੰਨੀ ਅਹਿਮੀਅਤ ਨਹੀਂ ਰੱਖਦਾ ਸੀ ਜਿੰਨੀਆਂ ਸਾਡੀਆਂ ਕਦਰਾਂ ਕੀਮਤਾਂ ਸੀ। ਆਪਾਂ ਗੱਲ ਕਰਾਂਗੇ ਅੱਗੇ, ਇਤਿਹਾਸਿਕ ਤੱਥ ਕਈ ਲਵਾਂਗੇ। ਸਰ, ਨੱਥੂ ਖਹਿਰੇ ਦੀ ਤੁਸੀਂ ਨੇ ਉਦਾਹਰਨ ਦਿੱਤੀ ਕਿ ਮੁਹਾਵਰਾ ਹੀ ਇਹ ਜੋ ਗੱਲ ਕਹੀ ਜਾਂਦੀ ਹੈ ਗਲਤ। ਕਿਤੇ ਨਾ ਕਿਤੇ ਆਪਣੇ ਜੋ ਇਤਿਹਾਸਕਾਰ ਨੇ ਜਾਂ ਹੋਰ ਜੋ ਸਮਝ ਵਾਲੇ ਇਨਸਾਨ ਨੇ, ਆਪਣੇ ਸਿੱਖ ਧਰਮ ਦੀ ਗੱਲ ਕਰੀਏ, ਉਹ ਕਿ ਅੱਜ ਦੇ ਟਾਈਮ ਜੋ ਰਿਸ਼ਤੇ ਨੇ ਉਹਨਾਂ ਦਾ ਕਿਤੇ ਵਿਗੜਨਾ ਇਤਿਹਾਸ ਨੂੰ ਸਹੀ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਨਾ ਕਰ ਪਾਉਣਾ ਹੈ। ਬਿਲਕੁਲ, ਬਹੁਤ ਚੀਜ਼ਾਂ ਇੱਦਾਂ ਦੀਆਂ ਨੇ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਜਦੋਂ ਸਾਡੇ ਬੱਚੇ ਛੋਟੇ ਹੁੰਦੇ ਨੇ, ਮੇਰੀ ਵੀ ਬੇਟੀ ਆਲਮੋਸਟ 5 ਸਾਲ ਦੀ ਹੈ, ਸਾਡਾ ਫੋਕਸ ਕੀ ਚੀਜ਼ 'ਤੇ ਹੈ ਕਿ ਬੱਚਾ ਇੰਗਲਿਸ਼ ਤੋਂ ਨਹੀਂ ਬੋਲੇ, ਬੱਚਾ ਸੋਹਣੀਆਂ ਸੋਹਣੀਆਂ ਕਵਿਤਾਵਾਂ ਸਾਨੂੰ ਜੋਨੀ ਜੋਨੀ ਯੈਸ ਪਾਪਾ ਕਰਕੇ ਸੁਣਾਵੇ। ਸਾਡੇ ਬਹੁਤ ਲੋਕਾਂ ਦਾ ਘੱਟ ਧਿਆਨ ਹੈ ਕਿ ਉਹ ਆਪਣੇ ਧਰਮ ਦੇ ਨਾਲ ਜੁੜੇ, ਉਹ ਆਪਣੇ ਸੰਸਕਾਰਾਂ ਦੇ ਨਾਲ ਜੁੜੇ। ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਜਦੋਂ 10ਵੀਂ ਤੱਕ 12ਵੀਂ ਤੱਕ ਬੱਚਾ ਪੜ੍ਹ ਰਿਹਾ ਹੁੰਦਾ ਹੈ ਤਾਂ ਜੋ ਅਸੀਂ ਉਹਦੇ ਦਿਮਾਗ 'ਚ ਪਾਵਾਂਗੇ ਉੱਦਾਂ ਦਾ ਉਹਦੀ ਨੇਚਰ ਬਣੇਗੀ। ਹੁਣ ਪਹਿਲੇ ਦਿਨ ਤੋਂ ਹੀ ਅਸੀਂ ਸ਼ੁਰੂ ਕਰ ਲਿਆ ਕਿ ਨਹੀਂ, ਤੂੰ ਇੰਗਲਿਸ਼ 'ਤੇ ਧਿਆਨ ਦੇ, ਤੂੰ ਆਪਣੀ ਪੜ੍ਹਾਈ 'ਤੇ ਧਿਆਨ ਦੇ, ਕਦਰਾਂ ਕੀਮਤਾਂ ਦੀ ਲੋੜ ਨਹੀਂ ਹੈ, ਗੁਰਦੁਆਰੇ ਜਾਣ ਦੀ ਲੋੜ ਨਹੀਂ ਹੈ, ਮੰਦਰ ਜਾਣ ਦੀ ਲੋੜ ਨਹੀਂ ਹੈ, ਤੂੰ ਆਪਣਾ ਪੜ੍ਹ, ਤੈਨੂੰ ਬਜ਼ੁਰਗਾਂ ਕੋਲ ਬਹਿਣ ਦੀ ਲੋੜ ਨਹੀਂ ਹੈ, ਕੁਛ ਸਿੱਖਣ ਦੀ ਲੋੜ ਨਹੀਂ ਹੈ, ਸਿਰਫ ਤੂੰ ਆਪਣੀ ਪੜ੍ਹਾਈ ਕਰ। ਕੱਲ੍ਹ ਨੂੰ ਉਹ ਕਿਤਾਬੀ ਕੀੜਾ ਤਾਂ ਬਣਦਾ ਹੈ, ਪਰ ਸੰਸਕਾਰ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੇ। ਸਰ, ਤੁਸੀਂ ਕਹਿੰਦੇ ਹੋ ਕਿ ਪੜ੍ਹਾਈ ਦੇ ਉੱਪਰ ਜ਼ਿਆਦਾ ਫੋਕਸ ਕਰਵਾਇਆ ਜਾਂਦਾ, ਰਿਸ਼ਤੇਦਾਰੀ ਦੀਆਂ ਕਦਰਾਂ ਕੀਮਤਾਂ ਉਹਨੂੰ ਨਹੀਂ ਸਮਝਾਈਆਂ ਜਾਂਦੀਆਂ। ਕਿਤੇ ਇਹ ਚੀਜ਼ ਸਿਲੇਬਸ ਦੇ ਵਿੱਚ ਵੀ ਐਡ ਔਨ ਹੋ ਸਕਦੀ ਆ, ਕਿਉਂਕਿ ਬੱਚੇ ਦਾ ਘਰ ਜਿਹੜਾ ਉਹ ਸਕੂਲ ਨੂੰ ਵੀ ਮੰਨਿਆ ਜਾਂਦਾ ਜਦੋਂ ਐਜੂਕੇਸ਼ਨ ਸਟਾਰਟ ਹੁੰਦੀ। ਸਿਲੇਬਸ ਦੇ ਵਿੱਚ ਐਡ ਔਨ ਇਹ ਕੀਤਾ ਜਾ ਸਕਦਾ ਕਿ ਇੱਕ ਸਬਜੈਕਟ ਬਣਾ ਦਿੱਤਾ ਜਾਵੇ ਕਿ ਰਿਸ਼ਤੇ ਦੀਆਂ ਕਦਰਾਂ ਕੀਮਤਾਂ, ਟੀਚਰਸ ਉਹਨੂੰ ਸਮਝਾਉਣ ਜ਼ਿਆਦਾ। ਦੇਖੋ, ਮੈਂ ਸਾਰੀਆਂ ਗੱਲਾਂ ਤੁਹਾਡੀਆਂ ਮੰਨਦਾ ਹਾਂ ਕਿ ਹੋਣਾ ਚਾਹੀਦਾ ਹੈ, ਸਿਲੇਬਸ 'ਚ ਐਡ ਕਰ ਵੀ ਲਵਾਂਗੇ, ਪਰ ਮਾਂ-ਬਾਪ ਦੇ ਫਰਜ਼ ਕਿੱਥੇ ਨੇ? ਫਿਰ ਤਾਂ ਸਾਰੇ ਫਰਜ਼ ਟੀਚਰਸ ਦੇ ਨੇ। ਇੱਕ ਪਾਸੇ ਅਸੀਂ ਇਹ ਦੇਖੀਏ ਕਿ ਅੱਜ ਇੱਕ ਛੋਟਾ ਬੱਚਾ ਜਦੋਂ ਬੈਗ ਭਰ ਕੇ ਲੈ ਕੇ ਜਾਂਦਾ ਹੈ ਤਾਂ ਉਹ ਕਿੰਨੇ ਕੋਰਸ ਤਾਂ ਅੱਜ ਪੜ੍ਹ ਰਿਹਾ। ਫਿਰ ਇੱਕ ਚੀਜ਼ ਇਹ ਵੀ ਤੁਸੀਂ ਕੋਰਸ ਵਿੱਚ ਪੜ੍ਹਾ ਦੋਗੇ ਅਤੇ ਉਹ ਹੋਏਗਾ ਕੀ? ਉਹ ਇੱਕ ਤੋਤਾ ਰੱਟਣੀ ਹੋਏਗੀ। ਮਤਲਬ ਪੜ੍ਹਾ ਤਾਂ ਦਿੱਤਾ, ਪੇਪਰ ਤਾਂ ਲੈ ਲਿਆ, ਪਰ ਉਹਨੂੰ ਰੀਅਲ ਸੈਂਸ ਦੇ ਵਿੱਚ ਤਾਂ ਨਹੀਂ ਅਸੀਂ ਸਮਝਾ ਸਕੇ ਨਾ। ਉਹ ਤਾਂ ਪੇਰੈਂਟਸ ਜਦੋਂ ਆਪ ਉੱਦਾਂ ਦੇ ਹੋਣਗੇ ਤਾਂ ਬੱਚੇ ਸਿੱਖਣਗੇ। ਇੱਕ ਐਗਜ਼ਾਮਪਲ ਹੋਰ ਦਿੰਦਾ ਤੁਹਾਨੂੰ, ਬਹੁਤ ਵਧੀਆ ਮੇਰੇ ਫਾਦਰ ਸਾਹਿਬ ਸਮਝਾਉਂਦੇ ਹੁੰਦੇ ਸੀ। ਕਹਿੰਦੇ ਇੱਕ ਤੋਤਾ ਹੈ, ਉਹਨੂੰ ਉਹਦੇ ਮਾਲਕ ਨੇ ਸਮਝਾ ਦਿੱਤਾ ਕਿ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਫਸਣਾ ਨਹੀਂ। ਤੋਤਾ ਸਿੱਖ ਗਿਆ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਫਸਣਾ ਨਹੀਂ। ਸ਼ਿਕਾਰੀ ਆਇਆ, ਉਹਨੇ ਦਾਣੇ ਸਿੱਟੇ, ਉਹਨੇ ਜਾਲ ਵਿਛਾਇਆ, ਤੋਤਾ ਉਹਦੇ ਵਿੱਚ ਫਸਿਆ ਹੋਇਆ ਅਤੇ ਬੋਲ ਰਿਹਾ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਫਸਣਾ ਨਹੀਂ। ਸੋ ਸਾਡੀ ਕੰਡੀਸ਼ਨ ਉਹ ਬਣ ਚੁੱਕੀ ਆ। ਅਸੀਂ ਜਿੰਨੀਆਂ ਮਰਜ਼ੀ ਵਰਬਲੀ ਸਿਖਾਈਏ, ਜਿੰਨੀ ਦੇਰ ਤੱਕ ਸਾਡੀ ਫੈਮਿਲੀ 'ਚੋਂ ਚੀਜ਼ਾਂ ਨਹੀਂ, ਉਨੀ ਦੇਰ ਤੱਕ ਬੱਚੇ ਵੀ ਨਹੀਂ ਸਿੱਖਣਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਹਿਸਟਰੀ 'ਚੋਂ ਹੀ ਦਿੰਦਾ ਕਿ ਸਾਡਾ ਕਿਰਦਾਰ ਕੀ ਹੈ ਅਤੇ ਸਾਡੇ ਗੁਰੂ ਸਾਹਿਬਾਨ ਦਾ ਕਿਰਦਾਰ ਕੀ ਸੀ। ਮੈਂ ਐਗਜ਼ਾਮਪਲ ਤੁਹਾਨੂੰ ਹਿਸਟਰੀ 'ਚੋਂ ਦੇਣ ਲੱਗਿਆ ਕਿ ਗੁਰੂ ਸਾਹਿਬ ਕੋਲ ਜਦੋਂ ਸ਼ਾਹਜਹਾਂ, ਉਹਦੀ ਵਾਈਫ ਮੁਮਤਾਜ਼, ਉਹ ਕਹਿੰਦੀ ਹੈ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸ਼ਾਹਜਹਾਂ ਹੈ ਉਹ ਮੁਮਤਾਜ਼ ਨੂੰ ਕਿਸ ਤਰ੍ਹਾਂ ਵਾਈਫ ਬਣਾ ਕੇ ਲਿਆਇਆ। ਉਹਦੇ ਦੋਸਤ ਦੀ ਘਰ ਵਾਲੀ ਹੈ, ਉਹਦੇ ਘਰ ਰੋਟੀ ਖਾਣ ਜਾਂਦਾ ਹੈ ਅਤੇ ਉਹਨੂੰ ਪਸੰਦ ਆ ਜਾਂਦੀ ਹੈ ਅਤੇ ਉਹ ਕਹਿੰਦਾ ਕਿ ਇੰਨੀ ਸੋਹਣੀ ਜਿਹੜੀ ਜਨਾਨੀ ਆ ਉਹ ਇਹਦੇ ਕੋਲ ਕਿੱਦਾਂ, ਅਤੇ ਆਪਣੇ ਦੋਸਤ ਨੂੰ ਮਾਰ ਕੇ ਉਸ ਜਨਾਨੀ ਨਾਲ ਵਿਆਹ ਕਰਦਾ। ਮਤਲਬ ਉਸ ਟਾਈਮ ਦੀ ਸਭ ਤੋਂ ਖੂਬਸੂਰਤ ਲੇਡੀ। ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਅਤੇ ਸਵੇਰ ਦੇ ਟਾਈਮ ਗੁਰੂ ਸਾਹਿਬ ਕੋਲ ਜਾਂਦੀ ਹੈ। ਔਰ ਕਹਿੰਦੇ ਨੇ ਕਿ ਉਹਨੇ ਇੰਨੀ ਕੁ ਸੋਹਣੀ ਡਰੈਸ ਪਾਈ ਹੋਈ ਹੈ, ਇੰਨੇ ਕੁ ਸੋਨਾ ਔਰ ਹੀਰਾ ਲੱਗਿਆ ਹੋਇਆ, ਇੰਨੀ ਕੁ ਭਾਰੀ ਡਰੈਸ ਹੈ ਕਿ 22 ਗੋਲੀਆਂ ਯਾਨੀ ਕਿ ਉਹਦੀਆਂ ਸੇਵਾਦਾਰਨੀਆਂ ਉਸ ਡਰੈਸ ਨੂੰ ਸਾਂਭ ਕੇ ਲੈ ਕੇ ਜਾ ਰਹੀਆਂ ਨੇ। ਔਰ ਸਾਡੇ ਗੁਰੂ ਦਾ ਕਿਰਦਾਰ ਦੇਖੋ ਕਿ ਗੁਰੂ ਸਾਹਿਬ ਉਹਨੂੰ ਕੀ ਕਹਿ ਰਹੇ ਨੇ। ਨਿਤਨੇਮ ਤੋਂ ਬਾਅਦ ਜਦੋਂ ਅੱਖਾਂ ਖੁੱਲ੍ਹਦੀਆਂ ਨੇ, ਸਾਹਮਣੇ ਨੂਰ ਜਹਾਂ ਨੂੰ ਦੇਖਦੇ ਨੇ, ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਬੇਟੀ,
ਕਿ ਸ਼ਿੰਗਾਰ ਇਸ ਤਰ੍ਹਾਂ ਦਾ ਹੋਵੇ ਕਿ ਜਿਸ ਦੇ ਨਾਲ ਰੱਬ ਨੂੰ ਪਾਲਿਆ ਜਾਵੇ। ਮਤਲਬ ਇੰਨੀ ਕੁ ਤੇਰੀ ਬੰਦਗੀ ਹੋਵੇ, ਇੰਨੀ ਕੁ ਤੇਰੀ ਆਤਮਾ ਜਿਹੜੀ ਹੈ ਸਾਫ਼ ਹੋਵੇ, ਇੰਨਾ ਕੁ ਤੂੰ ਭਜਨ ਬੰਦਗੀ ਕੀਤੀ ਹੋਵੇ ਕਿ ਰੱਬ ਨੂੰ ਪਾਇਆ ਜਾ ਸਕੇ। ਇਹ ਹਾਰ ਸ਼ਿੰਗਾਰ ਕੋਈ ਮਾਇਨੇ ਨਹੀਂ ਰੱਖਦੇ। ਅਤੇ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਉਦੋਂ ਗੁਰੂ ਸਾਹਿਬ ਦੀ ਉਮਰ ਕਿੰਨੀ ਹੈ? 28.5 ਸਾਲ। ਇੱਕ ਨੌਜਵਾਨ। ਅਤੇ ਨੂਰ ਜਹਾਂ ਦੀ ਉਮਰ ਕਿੰਨੀ ਹੈ? 29 ਸਾਲ। ਅਤੇ ਸੰਬੋਧਨ ਕਿੰਨਾ ਕਰ ਰਹੇ ਨੇ? ਬੇਟੀ ਨਾਲ। ਅਤੇ ਤੁਸੀਂ ਅੱਜ ਇੱਕ ਵਾਰ ਦੇਖ ਲਓ ਕਿ ਜਿਹੜੇ ਅੱਜ ਇੰਨੇ ਕੇਸਿਸ ਆ ਰਹੇ ਨੇ, ਕਿਤੇ ਰੇਪ ਕੇਸ ਹੈ, ਕਿਤੇ ਕੋਈ ਕੇਸ ਹੈ, ਉਹ ਕਦਰਾਂ ਕੀਮਤਾਂ ਸਾਡੇ 'ਚ ਖਤਮ ਹੋਈਆਂ ਨੇ ਤਾਂ ਇਹ ਕੁਛ ਆ ਰਿਹਾ। ਜੇਕਰ ਇਹ ਕਦਰਾਂ ਕੀਮਤਾਂ ਸਾਡੇ ਵਿੱਚ ਰਹਿੰਦੀਆਂ, ਜੇ ਇਹ ਚੀਜ਼ਾਂ ਸਾਨੂੰ ਪਹਿਲੇ ਦਿਨ ਤੋਂ ਸਿਖਾਈਆਂ ਜਾਂਦੀਆਂ, ਜੇ ਸਾਨੂੰ ਸਾਡੀ ਹਿਸਟਰੀ ਨਾਲ ਜੋੜਿਆ ਜਾਂਦਾ, ਤਾਂ ਸ਼ਾਇਦ ਅੱਜ ਸਾਡਾ ਕਲਚਰ ਬਹੁਤ ਵਧੀਆ ਹੁੰਦਾ, ਨਾ ਕਿ ਅਸੀਂ ਪੈਸੇ ਪਿੱਛੇ ਭੱਜ ਰਹੇ ਹੁੰਦੇ। ਬੜੀ ਵਧੀਆ ਤੁਸੀਂ ਨੇ ਉਦਾਹਰਨ ਦਿੱਤੀ ਕਿ ਕਦਰਾਂ ਕੀਮਤਾਂ ਨਹੀਂ ਸਿੱਖੀਆਂ, ਇਤਿਹਾਸ ਦੇ ਨਾਲੋਂ ਤੋੜਿਆ ਗਿਆ। ਫੇਲੀਅਰ ਕਿਹਦਾ ਇਹ ਫਿਰ? ਕਿਉਂਕਿ ਜੇਕਰ ਇਤਿਹਾਸਕਾਰ ਆਪਣੇ, ਉਹੀ ਗੱਲ ਮੈਂ ਸਵਾਲ ਆਪਣਾ ਦੁਬਾਰਾ ਕਰਦਾ, ਆਪਣੇ ਇਤਿਹਾਸਕਾਰ ਨੇ ਜਾਂ ਆਪਣੇ ਮਾਂ-ਬਾਪ ਨੇ, ਜੇਕਰ ਉਹ ਆਪਣੀ ਡਿਊਟੀ, ਫਿਰ ਇੱਥੇ ਤਾਂ ਸਿੱਧਾ ਲੱਗਦਾ ਕਿ ਆਪਣੀ ਡਿਊਟੀ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੇ। ਦੇਖੋ, ਮੈਂ ਇਹਦੇ ਵਿੱਚ 2-3 ਗੱਲਾਂ ਕਲੀਅਰ ਕਰਦਾ ਕਿ ਠੀਕ ਹੈ, ਸਿਲੇਬਸਿਸ ਦੇ ਵਿੱਚ ਵੀ ਅਗਰ ਅਸੀਂ ਦੇਖੀਏ ਤਾਂ ਜਿਹੜੀ ਹਿਸਟਰੀ ਅਸੀਂ ਪੜ੍ਹ ਰਹੇ ਹਾਂ, ਉਹ ਕਿਹੜੀ ਪੜ੍ਹ ਰਹੇ ਹਾਂ, ਉਹ ਤੁਹਾਨੂੰ ਵੀ ਕਲੀਅਰ ਹੈ। ਪੰਜਾਬ ਦੀ ਕਿਹੜੀ ਹਿਸਟਰੀ ਅਸੀਂ ਪੜ੍ਹ ਰਹੇ ਹਾਂ। ਦੇਖੋ, ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ, ਜਾਂ ਕਹਿ ਲਓ ਕਿ ਹਿੰਦੁਸਤਾਨ 'ਤੇ ਕਬਜ਼ਾ ਕਰਨਾ ਸੀ, ਤਾਂ ਉਹਨਾਂ ਨੇ ਇੱਕ ਵਧੀਆ ਪੋਲਿਸੀ ਚੱਲੀ ਸੀ ਕਿ ਇਹਨਾਂ ਨੂੰ ਇਹਨਾਂ ਦੇ ਇਤਿਹਾਸ ਤੋਂ ਤੋੜ ਦਿੱਤਾ ਜਾਵੇ। ਉਹਨਾਂ ਨੇ ਆਪਣਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਜੇਕਰ ਤੁਸੀਂ ਅੱਜ ਦੇਖੋ ਤਾਂ ਕਈ ਜਿਹੜੇ ਵੱਡੇ ਇੰਸਟੀਚਿਊਟਸ ਨੇ, ICSE ਬੋਰਡ ਦੇ ਵਿੱਚ ਕਈ ਕਹਿ ਲਓ ਕਿ ਕਨਵੈਂਟ ਸਕੂਲ ਚੱਲ ਰਹੇ ਨੇ। ਸੋ ਅਸੀਂ ਦੇਖੀਏ ਕਿ ਉਹਨਾਂ ਵਿੱਚ ਕਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ। ਉਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਆਪਣੇ ਪਿਛੋਕੜ ਤੋਂ ਟੁੱਟਾਂਗੇ ਤਾਂ ਡੈਫੀਨੇਟਲੀ ਉਹ ਕਦਰਾਂ ਕੀਮਤਾਂ ਨਹੀਂ ਰਹਿਣਗੀਆਂ। ਹੁਣ ਮੈਂ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਇੱਕ ਪਾਸੇ ਬੰਦਾ ਸਿੰਘ ਬਹਾਦਰ ਹੈ, ਹਿਰਨ ਦੇ ਤੜਪਣ ਦੇ ਨਾਲ, ਹਿਰਨੀ ਦੇ ਜਦੋਂ ਬੱਚੇ ਪੇਟ 'ਚੋਂ ਨਿਕਲਦੇ ਨੇ ਅਤੇ ਜਦੋਂ ਉਹਨਾਂ ਨੇ ਤੀਰ ਮਾਰਿਆ ਹੁੰਦਾ ਤਾਂ ਉਹ ਸਾਰਾ ਕੁਝ ਛੱਡ ਕੇ ਬੈਰਾਗੀ ਬਣ ਜਾਂਦਾ। ਤਾਂ ਉਸ ਤੋਂ ਬਾਅਦ ਗੁਰੂ ਨਾਲ ਜੁੜਦਾ। ਉਸ ਤੋਂ ਬਾਅਦ ਉਹੀ ਬੰਦਾ ਸਿੰਘ ਬਹਾਦਰ ਹੈ ਜਿਹਦੇ ਮੂੰਹ ਦੇ ਵਿੱਚ ਉਹਦੇ ਬੱਚੇ ਦਾ ਦਿਲ ਪਾਇਆ ਜਾਂਦਾ, ਤਾਂ ਉਹ ਡੋਲਦਾ ਨਹੀਂ। ਹੁਣ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਧਰਮਾਂ ਦੇ ਵਿੱਚ, ਸਾਡੇ ਸੰਸਕਾਰਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਉਹ ਸਾਨੂੰ ਜੋੜਦੇ ਨੇ, ਉਹ ਧਰਮ ਨਾਲ ਵੀ ਜੋੜਦੇ ਨੇ, ਉਹ ਸਾਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਵੀ ਕਰਾਉਂਦੇ ਨੇ। ਕਿਉਂਕਿ ਉਸ ਟਾਈਮ ਅਗਰ ਤੁਸੀਂ ਬੰਦਾ ਸਿੰਘ ਬਹਾਦਰ ਦਾ ਜਵਾਬ ਸੁਣਦੇ ਹੋ ਤਾਂ ਉਹ ਕੀ ਹੈ? ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਬੰਦਾ ਸਿੰਘ ਬਹਾਦਰ ਡਰ ਗਿਆ ਕਿ ਤੇਰੇ ਪੁੱਤ ਨੂੰ ਅਸੀਂ ਮਾਰ ਦਿੱਤਾ। ਤਾਂ ਬੰਦਾ ਸਿੰਘ ਬਹਾਦਰ ਕਹਿੰਦਾ, ਨਹੀਂ, ਮੈਨੂੰ ਖੁਸ਼ੀ ਹੈ ਕਿ ਮੇਰੇ ਗੁਰੂ ਨੇ ਮੇਰੇ ਤੋਂ 4 ਵਾਰੇ ਸੀ, ਮੇਰੇ ਕੋਲ ਇੱਕ ਸੀ, ਮੈਂ ਉਹ ਵੀ ਉਹਨੂੰ ਅਰਪਿਤ ਕਰ ਦਿੱਤਾ। ਇਹ ਕਦਰਾਂ ਕੀਮਤਾਂ ਅੱਜ ਲੱਭਦਿਆਂ ਨਹੀਂ ਲੱਭਦੀਆਂ। ਅੱਜ ਸਾਡੇ 'ਚ ਹੋੜ ਕੀ ਚੱਲੀ ਹੋਈ ਹੈ? ਮੇਰਾ ਮੁੰਡਾ ਅਗਲਾ ਪ੍ਰਧਾਨ ਬਣ ਜੇ, ਮੇਰਾ ਬੱਚਾ ਜਿਹੜਾ ਆ ਉਹਨੂੰ ਹੁਣ ਅਧਿਆਪਕ, ਜੇ ਮੈਂ ਅਧਿਆਪਕ ਹਾਂ ਤਾਂ ਮੇਰੀ ਅਗਲੀ ਕੁਰਸੀ ਉਹਨੂੰ ਮਿਲ ਜਾਏ। ਸਿਫਾਰਸ਼ਾਂ 'ਤੇ ਸਿਫਾਰਸ਼ਾਂ ਲਗਾਉਂਦੇ ਆ ਕਿ ਉਹਨੂੰ ਨੌਕਰੀ ਮਿਲ ਜਾਏ। ਉਹੀ ਚੀਜ਼ ਹੈ ਕਿ ਅੱਜ ਸਾਨੂੰ ਜਿਹੜੇ ਆਪਣੇ ਬੱਚਿਆਂ ਦਾ ਮੋਹ ਪਿਆਰ ਹੈ, ਉਹ ਕਦਰਾਂ ਕੀਮਤਾਂ ਤੋਂ ਅਲੱਗ ਹੋ ਗਿਆ। ਪੈਸੇ ਪਿੱਛੇ ਅਸੀਂ ਭੱਜ ਲਏ ਹਾਂ। ਕਿੰਨੇ ਕੁ ਜਿਹੜੇ ਹੈਗੇ ਨੇ ਉਹ ਇਹ ਚਾਹੁੰਦੇ ਨੇ ਕਿ ਮੇਰਾ ਬੱਚਾ ਇੱਕ ਬਹੁਤ ਵਧੀਆ ਇਨਸਾਨ ਬਣੇ। ਮੈਕਸੀਮਮ ਇਹ ਚਾਹੁੰਦੇ ਨੇ ਮੇਰਾ ਜਿਹੜਾ ਬੱਚਾ ਹੈ ਉਹ ਹਵਾਈ ਜਹਾਜ਼ ਚਲਾਵੇ, ਡਾਕਟਰ ਬਣੇ, ਇੰਜੀਨੀਅਰ ਬਣੇ। ਕਦੇ ਕਿਸੇ ਨੇ ਕਿਹਾ ਮੇਰਾ ਜਿਹੜਾ ਬੱਚਾ ਹੈ ਉਹ ਵਧੀਆ ਇਨਸਾਨ ਬਣੇ? ਕਦੇ ਵੀ ਨਹੀਂ। ਗਾਣੇ ਹੁੰਦੇ ਸੀ, ਜਿੱਦਾਂ ਦਾ ਅਸੀਂ ਗਾਣੇ ਸੁਣਦੇ ਹਾਂ, ਜਿੱਦਾਂ ਦਾ ਸਾਡਾ ਰਹਿਣ ਸਹਿਣ ਹੈ, ਉੱਦਾਂ ਦਾ ਸਾਡਾ ਸੁਭਾਅ ਬਣਦਾ। ਕੋਈ ਟਾਈਮ ਹੁੰਦਾ ਸੀ, ਗਾਣਾ ਹੁੰਦਾ ਸੀ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। ਕਦੇ ਇੱਦਾਂ ਦੇ ਗਾਣੇ ਸੁਣੇ? ਅੱਜ ਕੱਲ੍ਹ ਤਾਂ ਭਰਾ ਦੇ ਭਰਾ ਨਾਲ ਲੜਾਈ, ਕਚਹਿਰੀਆਂ 'ਚ ਮੇਲੇ ਲੱਗਦੇ, ਆਹ ਕੁਛ ਚੱਲਦਾ। ਅਤੇ ਜਦੋਂ ਬੱਚਿਆਂ ਨੇ ਉਹ ਕੁਛ ਸੁਣਨਾ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਗਲਤੀ ਹੈ। ਜਿੱਦਾਂ ਦਾ ਉਹਨੂੰ ਪਰੋਸ ਰਹੇ ਆ ਉੱਦਾਂ ਦਾ ਉਹ ਬਣੇਗਾ। ਸਰ, ਸਿੱਖ ਇਤਿਹਾਸ 'ਚੋਂ ਤੁਸੀਂ ਨੇ ਐਗਜ਼ਾਮਪਲਸ ਦਿੱਤੀਆਂ ਨੇ। ਅੱਜ ਦੇ ਸਮੇਂ ਦੀ ਗੱਲ ਕਰੀਏ, ਕਾਫੀ ਕਹਿੰਦੇ ਨੇ ਕਿ ਅਸੀਂ ਬਾਬੇ ਨਾਨਕ ਦੇ ਫਲਸਫੇ 'ਤੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਫਲਸਫੇ 'ਤੇ ਚੱਲਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਜਦੋਂ ਤੁਸੀਂ ਉਹਨਾਂ 'ਚ ਵਿਚਰਦੇ ਹੋ, ਉਹਨਾਂ ਦੇ ਵਿੱਚ ਬੈਠਦੇ ਹੋ, ਉਹਨਾਂ ਨਾਲ ਗੱਲਬਾਤ ਕਰਦੇ ਹੋ, ਰਿਸ਼ਤੇਦਾਰੀ ਦੀਆਂ ਕਦਰਾਂ ਕੀਮਤਾਂ ਉਹ ਫੇਰ ਵੀ ਨਹੀਂ ਸਮਝਦੇ ਹੈ।
ਫਿਰ ਵੀ ਉਹ ਤੁਸੀਂ ਨੇ ਗੱਲ ਕੀਤੀ ਕਿ ਭਰਾ ਦੇ ਖੂਨ ਦਾ ਪਿਆਸਾ ਜਿਹੜਾ ਹੋ ਜਾਂਦਾ। ਫਿਰ ਕਿਤੇ ਉਹ ਇਤਿਹਾਸ ਦੇ ਨਾਲ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਇਹ ਗੱਲ ਕਹਿ ਕੇ ਕਿ ਅਸੀਂ ਉਹਨਾਂ ਦੇ ਫਲਸਫੇ 'ਤੇ ਚੱਲ ਰਹੇ? ਮੈਨੂੰ ਇਹ ਲੱਗਦਾ ਕਿ ਅਸੀਂ ਉਹਨਾਂ ਨਾਲ ਅਨਿਆਏ ਕਰ ਰਹੇ ਹਾਂ। ਔਰ ਇਹਦੇ ਵਿੱਚ 2-3 ਚੀਜ਼ਾਂ ਹੋਰ ਸਮਝਣ ਦੀ ਗੱਲ ਆ। ਦੇਖੋ ਕਿ ਰਿਸ਼ਤਿਆਂ ਨੂੰ ਜੋੜਨਾ ਜਿੰਨਾ ਇੰਪੋਰਟੈਂਟ ਸੀ, ਪਹਿਲਾਂ ਇੱਕ ਕੰਬਾਈਨ ਫੈਮਿਲੀ ਹੁੰਦੀ ਸੀ। ਕੰਬਾਈਨ ਫੈਮਿਲੀ ਦੇ ਵਿੱਚ ਛੋਟੇ ਛੋਟੇ ਕਮਰੇ ਹੁੰਦੇ ਸੀ, ਉਹਨਾਂ ਵਿੱਚ ਸਾਰੇ ਰਹਿੰਦੇ ਸੀ। ਅੱਜ ਹਾਲਤ ਕੀ ਹੈ ਕਿ 3 ਜਣੇ ਘਰ 'ਚ ਨੇ, ਵੱਡੀ ਕੋਠੀ ਹੈ, ਸਫਾਈ ਕਰਨ ਨੂੰ ਵੀ ਟਾਈਮ ਨਹੀਂ ਲੱਗਦਾ। ਜਗ੍ਹਾ ਤਾਂ ਵੱਧ ਗਈ ਹੈ ਪਰ ਦਿਲਾਂ 'ਚ ਜਗ੍ਹਾ ਘੱਟ ਗਈ ਹੈ। ਹੁਣ ਇਹਦੇ ਵਿੱਚ 1-2 ਚੀਜ਼ਾਂ ਹੋਰ ਸਮਝਣ ਦੀ ਗੱਲ ਹੈ। ਵਿਆਹ ਹੋ ਕੇ ਜਦੋਂ ਆਉਂਦੇ ਨੇ, ਹੁਣ ਕੁੜੀ ਵੀ ਪੜ੍ਹੀ ਲਿਖੀ ਹੈ, ਮੁੰਡਾ ਵੀ ਪੜ੍ਹਿਆ ਲਿਖਿਆ ਹੈ। ਸਹਿਨਸ਼ੀਲਤਾ ਦੋਨਾਂ ਦੇ ਵਿੱਚ ਨਹੀਂ ਆ। ਦੋਨੋਂ ਕੀ ਸਮਝਦੇ ਨੇ, ਮੈਂ ਵੀ ਪੜ੍ਹਿਆ ਲਿਖਿਆ, ਮੁੰਡਾ ਸੋਚਦਾ ਮੈਂ ਵੀ ਪੜ੍ਹਿਆ ਲਿਖਿਆ, ਮੈਂ ਇਹ ਤੋਂ ਜ਼ਿਆਦਾ ਸਿਆਣਾ, ਕੁੜੀ ਕਹਿੰਦੀ ਮੈਂ ਇਹ ਤੋਂ ਜ਼ਿਆਦਾ ਸਿਆਣੀ ਹਾਂ। ਜਦੋਂ ਮੈਂ ਸਪੋਜ਼ ਕਿਸੇ ਨੂੰ ਟੋਕੂੰਗਾ, ਉਹਨੂੰ ਲੱਗਦਾ ਨਹੀਂ ਯਾਰ ਮੇਰੀ ਈਗੋ ਹਰਟ ਹੋ ਰਹੀ ਹੈ, ਉਹ ਅੱਗਿਓਂ ਬੋਲੇਗਾ। ਉਹਨੂੰ ਬੋਲਿਆ, ਹੁਣ ਮੁੰਡਾ ਕਹਿ ਰਿਹਾ ਵੀ ਨਹੀਂ ਮੈਨੂੰ ਕਿੱਦਾਂ ਬੋਲਤਾ, ਉੱਥੋਂ ਤਕਰਾਰ ਸ਼ੁਰੂ ਹੁੰਦੀ ਕਿਤੇ ਪਹੁੰਚ ਜਾਂਦੀ ਹੈ। ਹੁਣ ਜਿਹੜੇ ਪਰਿਵਾਰ ਚੱਲਦੇ ਨੇ ਅੱਜ ਦੇ ਯੁੱਗ 'ਚ, ਜਿਹੜੇ ਪਰਿਵਾਰ ਚੱਲ ਰਹੇ ਨੇ ਉਹ ਕਿੱਥੋਂ ਚੱਲ ਰਹੇ ਨੇ? ਉਹ ਚੱਲ ਰਹੇ ਨੇ ਜਦੋਂ ਇੱਕ ਜਿਹੜਾ ਹੈ ਉਹ ਆਪਣੇ ਕਹਿ ਲਓ ਕਿ ਭਾਵਨਾਵਾਂ ਨੂੰ ਕੰਟਰੋਲ 'ਚ ਰੱਖ ਕੇ ਗੱਲ ਨੂੰ ਸਮਝ ਕੇ ਉਹਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ, ਨਾ ਕਿ ਵਧਾਉਣ ਦੀ ਕੋਸ਼ਿਸ਼ ਕਰਦਾ। ਔਰ ਨੋ ਡਾਊਟ ਜਿੰਨੀਆਂ ਸਾਨੂੰ ਟੈਕਨੋਲੋਜੀਜ਼ ਮਿਲੀਆਂ ਨੇ, ਜੇ ਉਹਦਾ ਸਹੀ ਯੂਜ਼ ਹੋਵੇ ਤਾਂ ਪਰਿਵਾਰ ਬਣਦੇ ਨੇ, ਜੇ ਗਲਤ ਯੂਜ਼ ਹੋਵੇ ਤਾਂ ਵਿਗੜਦੇ ਨੇ। ਅੱਜ 80% ਪਰਿਵਾਰ ਫੋਨ ਨੇ ਵਿਗਾੜੇ ਹੋਏ ਨੇ, ਖ਼ਤਮ ਕੀਤੇ ਹੋਏ ਨੇ। ਮੈਕਸੀਮਮ ਪਰਿਵਾਰਾਂ 'ਚ ਕੀ ਚੱਲ ਰਿਹਾ ਕਿ ਇੰਨੇ ਤੋਂ ਇੰਨੇ ਜੀ, ਮੈਂ ਜਦੋਂ ਆਉਂਦਾ ਆ ਇਹ ਫੋਨ 'ਤੇ ਲੱਗੀ ਹੁੰਦੀ ਹੈ, ਮੈਂ ਇਹਨੂੰ ਫੋਨ ਕੀਤਾ ਜੀ ਇਹਦੇ ਫੋਨ 'ਤੇ ਲੱਗੀ ਹੁੰਦੀ ਹੈ। ਜਦੋਂ ਵਾਈਫ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਉਹਦਾ ਬਿਜ਼ੀ ਹੈ। ਜਦੋਂ ਦੇਖਦੇ ਨੇ ਫੇਸਬੁੱਕ 'ਤੇ ਦੋਨੋਂ ਔਨ ਨੇ, ਕਾਲ ਕੀਤੀ ਜਾਂਦੀ ਹੈ ਘਰ ਵਾਲਾ ਕਿਤੇ ਬਿਜ਼ੀ ਹੈ, ਘਰ ਵਾਲੀ ਕਿਤੇ ਬਿਜ਼ੀ ਹੈ। ਇੱਕ ਤਾਂ ਸਾਡੇ ਦੋਨਾਂ ਦੇ ਵਿੱਚ ਅੰਡਰਸਟੈਂਡਿੰਗ ਨਹੀਂ, ਯਕੀਨ ਨਹੀਂ ਇੱਕ ਦੂਜੇ 'ਤੇ। ਹੁਣ ਇਹ ਜਿਹੜਾ ਯਕੀਨ ਨਹੀਂ ਹੋਣਾ ਉਹ ਵੀ ਰਿਸ਼ਤੇਦਾਰੀ ਨੂੰ ਤੋੜਨ ਦੇ ਵਿੱਚ ਕਰਦਾ ਹੈ। ਮਤਲਬ ਜਿਹੜੀ ਟੈਕਨੋਲੋਜੀ ਜ਼ਿੰਦਗੀ ਨੂੰ ਸੌਖਾ ਕਰਨ ਦੇ ਲਈ ਬਣਾਈ ਗਈ ਸੀ, ਚਾਹੇ ਉਹ ਫੋਨ ਹੋਵੇ ਚਾਹੇ ਕੰਪਿਊਟਰ ਹੋਵੇ, ਜੋ ਵੀ ਹੋਵੇ, ਕਿਤੇ ਨਾ ਕਿਤੇ ਫਿਰ ਇਨਸਾਨੀ ਜਿਹੜੇ ਰਿਸ਼ਤੇ ਨੇ, ਦਿਲਾਂ ਦੇ ਰਿਸ਼ਤੇ ਨੇ, ਉਹ ਖ਼ਤਮ ਕਰਨ ਦੇ ਵਿੱਚ ਮੋਹਰੀ ਰੋਲ ਤਾਂ ਉਹੀ ਟੈਕਨੋਲੋਜੀ ਆਪਣਾ ਜਿਹੜੀ ਨਿਭਾ ਰਹੀ ਹੈ। ਤੁਸੀਂ ਦੇਖੋ ਜਿਹੜਾ ਰੀਸੈਂਟ ਕੇਸ ਆਇਆ ਕੈਨੇਡਾ ਦਾ, ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਮੁੰਡੇ ਵਾਲਿਆਂ ਵੱਲੋਂ ਇਲਜ਼ਾਮ ਕੀ ਲਾਏ ਜਾ ਰਹੇ ਨੇ ਕਿ ਕੁੜੀ ਜਿਹੜੀ ਆ ਉਹ ਘੰਟਾ ਆਪਣੀ ਮਦਰ ਦੇ ਨਾਲ ਤਾਂ ਗੱਲ ਕਰ ਰਹੀ ਹੈ ਪਰ ਮੁੰਡੇ ਨਾਲ ਨਹੀਂ ਕਰ ਰਹੀ, ਮੁੰਡੇ ਨਾਲ 1 ਮਿੰਟ ਬੜੀ ਮੁਸ਼ਕਿਲ ਨਾਲ ਗੱਲ ਕਰ ਰਹੀ ਆ। ਹੁਣ ਇੱਥੇ ਸਾਨੂੰ ਸਮਝਣਾ ਵੀ ਇਹ ਵੀ ਪਏਗਾ ਕਿ ਜਦੋਂ ਕੁੜੀ ਦਾ ਵਿਆਹ ਹੋ ਗਿਆ, ਉਹਦਾ ਨਵਾਂ ਘਰ ਸ਼ੁਰੂ ਹੋ ਗਿਆ, ਤਾਂ ਪੁਰਾਣੇ ਘਰ ਦੀ ਦਖਲ ਅੰਦਾਜ਼ੀ ਵੀ ਘਟਣੀ ਚਾਹੀਦੀ ਹੈ। ਦੂਜੀ ਚੀਜ਼ ਇਹ ਹੈ ਕਿ ਜਦੋਂ ਹੁਣ ਮੁੰਡਾ ਨੇ ਪਹਿਲਾਂ ਹੀ ਸੌਦਾ ਕੀਤਾ, ਵਿਆਹ ਨਹੀਂ ਕਹੂੰਗਾ ਮੈਨੂੰ, ਸੌਦਾ ਕੀਤਾ ਹੈ। ਬਹੁਤ ਵੱਡੀ ਗੱਲ ਸਰ ਕਹਿ ਰਹੇ ਹੋ। ਬਿਲਕੁਲ ਸੌਦਾ ਹੈ। ਤੁਸੀਂ ਅਗਰ ਅਖਬਾਰਾਂ ਦੇਖਦੇ ਹੋ ਤਾਂ ਕੀ ਲਿਖਿਆ ਹੁੰਦਾ ਕਿ 50 ਲੱਖ ਖਰਚਣ ਨੂੰ ਤਿਆਰ ਆ, ਰਿਸ਼ਤਾ ਉਸ ਕੁੜੀ ਨਾਲ ਕਰਾਉਣਾ ਜਿਹਦੇ 8 ਬੈਂਡ ਹੋਣ, ਅਤੇ ਅੱਗੇ ਜਿਹੜਾ ਚਾਚੇ ਦੀ ਕੁੜੀ ਦਾ ਰਿਸ਼ਤਾ ਵੀ 8 ਬੈਂਡ ਵਾਲੇ ਨਾਲ ਕਰਾ ਸਕੇ। ਅਤੇ ਤੁਸੀਂ ਇਹਨੂੰ ਵਿਆਹ ਸਮਝਦੇ ਹੋ ਕਿ ਸੌਦੇ ਸਮਝਦੇ ਹੋ? ਇਹ ਸੌਦੇ ਨੇ, ਔਰ ਇਹਦਾ ਅੰਤ ਕਿਤੇ ਨਾ ਕਿਤੇ ਤਾਂ ਹੋਣਾ, ਇਹਦਾ ਅੰਤ ਕਿਤੇ ਨਾ ਕਿਤੇ ਤਾਂ ਹੋਣਾ। ਮਤਲਬ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਨੌਜਵਾਨ ਨੇ ਸੁਸਾਈਡ ਕੀਤਾ ਦੁਖੀ ਹੋ ਕੇ, ਫਿਰ ਉਹਨਾਂ ਨੂੰ, ਮੈਂ ਉਸ ਬੰਦੇ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਜਨਰਲ ਗੱਲ ਕਰ ਰਿਹਾ ਜੋ ਸਾਡੇ ਚੱਲ ਰਹੀ ਹੈ, ਕਾਫੀ ਕੇਸਿਸ ਹੁੰਦੇ ਜਿਹੜੀ ਚੱਲ ਰਹੀ ਹੈ, ਜਿਹੜੇ ਮੈਕਸੀਮਮ ਕੇਸ ਆ ਰਹੇ ਨੇ ਉਹ ਇਸ ਤਰ੍ਹਾਂ ਦੀ ਸੌਦੇਬਾਜ਼ੀ ਦੇ ਆ ਰਹੇ ਨੇ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਆਪਣੇ ਘਰ ਦੀ। ਮੇਰੇ ਸਿਸਟਰ ਦਾ ਰਿਸ਼ਤਾ ਹੋਣਾ ਸੀ, ਕਿਸੇ ਹੋਰ ਦੀ ਗੱਲ ਨਹੀਂ ਕਰ ਰਿਹਾ, ਆਪਣੀ ਸਿਸਟਰ ਦੀ ਕਰ ਰਿਹਾ। ਮੇਰੇ ਫਾਦਰ ਸਾਹਿਬ ਨੂੰ ਕਿਹਾ ਗਿਆ ਕਿ ਇਟਲੀ ਤੋਂ ਮੁੰਡਾ ਆਇਆ ਅਤੇ ਤੁਸੀਂ ਕੁੜੀ ਦਾ ਰਿਸ਼ਤਾ ਕਰੋਗੇ? ਮੇਰੀ ਸਿਸਟਰ MSc ਅਪਲਾਈਡ ਫਿਜ਼ਿਕਸ ਸੀ, ਅਤੇ ਮੇਰੇ ਫਾਦਰ ਦਾ ਜਵਾਬ ਸੀ ਕਿ ਪੜ੍ਹਿਆ ਕਿੰਨਾ? ਅਤੇ ਉਹ ਕਹਿੰਦੇ ਤੁਸੀਂ ਪੜ੍ਹੇ ਤੋਂ ਕੀ ਲੈਣਾ, ਮੁੰਡਾ ਇਟਲੀ 'ਚੋਂ ਆਇਆ। ਅਤੇ ਮੇਰੇ ਘਰ ਦੇ ਕਹਿੰਦੇ ਸੀ ਵੀ ਨਹੀਂ, ਸਾਨੂੰ ਅਕਲ ਚਾਹੀਦੀ ਹੈ, ਸਾਨੂੰ ਇਟਲੀ ਨਹੀਂ ਚਾਹੀਦਾ। ਜਦੋਂ ਤਾਂ ਇਹ ਸੋਚ ਨਾਲ ਤੁਸੀਂ ਜਿਹੜੇ ਰਿਸ਼ਤੇ ਬਣਾਓਗੇ, ਫਿਰ ਤਾਂ ਸਮਝ ਲਓ ਕਿ ਉਹ ਨਿਭ ਸਕਣਗੇ। ਜਦੋਂ ਸਿਰਫ ਦੇਖ ਲਿਆ ਇਟਲੀ ਤੋਂ ਆਇਆ, ਉੱਥੇ ਉਹਦੇ ਕੋਲ ਪੈਸਾ ਬਹੁਤ ਹੈ ਅਤੇ ਉਸ ਹਿਸਾਬ ਨਾਲ ਵਿਆਹ ਕਰ ਲਿਆ, ਫਿਰ ਉਹ ਸੌਦੇ ਨੇ, ਅਤੇ ਸੌਦੇ ਫਿਰ ਇੱਕ ਦਿਨ ਅੰਤ ਹੁੰਦਾ ਹੀ ਹੈ ਜੀ। ਅੱਛਾ ਸਰ, ਪੈਸਾ ਤੁਸੀਂ ਕਹਿੰਦੇ ਹੋ ਕਿ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ, ਪੈਸੇ ਨੂੰ ਜ਼ਿਆਦਾ ਅਹਿਮੀਅਤ ਰਿਸ਼ਤੇ ਨਾਤੇ ਕਰਨ ਦੇ ਲਈ ਤੁਸੀਂ ਉਦਾਹਰਨ ਵੀ ਦਿੱਤੀ। ਫਿਰ
ਹੁਣ ਪੈਸਾ ਬਿਨਾਂ ਦੇਖਿਆ ਜਾਵੇ, ਕਿਉਂਕਿ ਇੱਕ ਚੰਗੀ ਜ਼ਿੰਦਗੀ ਲਈ ਕਹਿੰਦੇ ਨੇ ਕਿ ਪੈਸਾ ਵੀ ਕਿਤੇ ਨਾ ਕਿਤੇ ਜਾ ਕੇ ਜ਼ਰੂਰੀ ਹੋ ਜਾਂਦਾ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਵੱਧ ਗਿਆ ਕਿ ਪੈਸਾ ਤੁਹਾਡੇ ਕੋਲ ਜ਼ਿਆਦਾ ਜ਼ਰੂਰੀ ਹੋ ਜਾਂਦਾ। ਦੇਖੋ, ਦੋ ਇਹਦੇ 'ਤੇ ਐਗਜ਼ਾਮਪਲਸ ਦੇ ਕੇ ਮੈਂ ਅੱਗੇ ਚੱਲੂੰਗਾ। ਇੱਕ ਮੁੰਡਾ ਪੜ੍ਹਿਆ ਲਿਖਿਆ, ਉਹਦੇ ਨਾਲ ਤੁਸੀਂ ਵਿਆਹ ਕਰ ਰਹੇ ਹੋ, ਵਧੀਆ ਉਹਦੀ ਨੌਲੇਜ ਹੈ, ਵਧੀਆ ਜੋਬ ਕਰ ਸਕਦਾ ਹੈ, ਠੀਕ ਹੈ, ਜਿਹਦੇ ਵਿੱਚ ਕੈਪੇਬਿਲਿਟੀ ਆ, ਉਹ ਕੱਲ੍ਹ ਨੂੰ ਪੈਸਾ ਵੀ ਕਮਾ ਸਕਦਾ। ਇੱਕ ਉਹ ਹੈ ਜਿਹਦੇ ਕੋਲ ਬਹੁਤ ਪੈਸਾ ਹੈ, ਨਸ਼ੇ ਕਰਦਾ, ਬੁਰੀ ਹਾਲਤ ਹੈ, ਉਹਦੇ ਕੋਲ ਜੋ ਹੈ ਉਹਨੇ ਉਹ ਵੀ ਖਤਮ ਕਰ ਦੇਣਾ। ਠੀਕ, ਸਮਝਣ ਦੀ ਲੋੜ ਹੈ ਕਿ ਇੱਕ ਚੰਗਾ ਕਰੈਕਟਰ ਹੋਣਾ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ, ਪੈਸਾ ਹੋਣਾ ਇੱਕ ਸੈਕੰਡਰੀ ਚੀਜ਼ ਹੈ, ਕਿਉਂਕਿ ਜਿਹੜਾ ਬੰਦਾ ਮਿਹਨਤ ਕਰ ਸਕਦਾ ਹੈ ਉਹ ਪੈਸੇ ਵੀ ਜੋੜ ਸਕਦਾ ਹੈ। ਠੀਕ, ਮੇਰੇ ਰਿਸ਼ਤੇ ਦੀ ਜਦੋਂ ਗੱਲਾਂ ਚੱਲੀਆਂ, ਮੈਨੂੰ ਵੀ ਕਾਫੀ, ਮੈਂ ਰਿਐਲਿਟੀ 'ਚ ਦੱਸਦਾ, ਆਸਟ੍ਰੇਲੀਆ ਅਮਰੀਕਾ ਤੋਂ ਰਿਸ਼ਤੇ ਆਏ ਨੇ, ਔਰ ਜਦੋਂ ਮੈਂ ਰਿਸ਼ਤਾ ਆਪਣਾ ਸਿਲੈਕਟ ਕੀਤਾ, ਸਿਲੈਕਟ ਕਹੂੰਗਾ ਮੈਂ, ਸਿੱਧੀ ਗੱਲ ਹੈ, ਕਿਉਂਕਿ ਮੇਰਾ ਅਖਬਾਰ ਦੇ ਵਿੱਚ ਹੀ ਦਿੱਤਾ ਗਿਆ ਸੀ। ਔਰ ਜਦੋਂ ਤੁਸੀਂ ਮੇਰਾ ਅਖਬਾਰ ਦੇ ਵਿੱਚ ਚੈੱਕ ਵੀ ਕਰ ਲਓਗੇ ਤਾਂ ਉਹਦੇ ਵਿੱਚ ਇਹੀ ਲਿਖਿਆ ਗਿਆ ਸੀ ਕਿ ਗੁਰਸਿੱਖ ਲੜਕੇ ਲਈ ਗੁਰਸਿੱਖ ਲੜਕੀ ਦੀ ਲੋੜ ਹੈ। ਔਰ ਉੱਥੇ ਮੈਂ ਇਹ ਵੀ ਕਲੀਅਰ ਕੀਤਾ ਸੀ ਆਪਣੇ ਘਰਦਿਆਂ ਨੂੰ ਕਿ ਨਾ ਮੈਨੂੰ ਪੜ੍ਹਾਈ ਦੀ ਲੋੜ ਹੈ, ਮੈਨੂੰ ਇੱਕ ਵਧੀਆ ਵਾਈਫ ਦੀ ਜ਼ਰੂਰਤ। ਉਹਦੇ ਵਿੱਚ ਕਿਤੇ ਨਹੀਂ ਲਿਖਿਆ ਸੀ ਵੀ ਪੜ੍ਹੀ ਲਿਖੀ ਹੋਣੀ ਚਾਹੀਦੀ, ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਨਾ। ਔਰ ਜਿਸ ਦਿਨ ਮੈਂ ਦੇਖਣ ਜਾਣਾ ਸੀ, ਮੈਂ ਘਰਦਿਆਂ ਨੂੰ ਇੱਕ ਗੱਲ ਦੱਸੀ ਸੀ ਕਿ ਮੈਂ ਰੱਬ 'ਤੇ ਯਕੀਨ ਰੱਖ ਕੇ ਚੱਲਦਾ, ਜਿਹਦੇ ਘਰ ਪਹਿਲੇ ਦਿਨ ਜਾਊਂਗੇ ਉਹ ਸੋਚ ਕੇ ਜਾਇਓ, ਮੈਂ ਉੱਥੇ ਨਾ ਕਰਕੇ ਨਹੀਂ ਆਣੀ। ਕਿਉਂਕਿ ਬਿਨਾਂ ਦੇਖੇ ਤੁਸੀਂ ਨੇ ਇਹ ਗੱਲ ਕਿ ਮੈਂ ਕਿਸੇ ਦੀ ਕੁੜੀ ਨੂੰ ਦੇਖਣ ਜਾਂਦਾ, ਫਿਰ ਉੱਥੇ ਜਾ ਕੇ ਕਹਿੰਦਾ ਜੀ ਮੈਨੂੰ ਤਾਂ ਪਸੰਦ ਨਹੀਂ ਆਈ। ਜੇ ਕੱਲ੍ਹ ਨੂੰ ਮੈਨੂੰ ਕੋਈ ਇੱਦਾਂ ਕਹਿ ਕੇ ਜਾਂਦਾ ਤਾਂ ਮੇਰੇ 'ਤੇ ਕਿੱਦਾਂ ਦਾ ਫੀਲ ਹੋਊਗਾ। ਸੋ ਇਸ ਕਰਕੇ ਸਾਰਾ ਕੁਛ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਪਹਿਲਾਂ ਕਰ ਲਓ, ਉਸ ਤੋਂ ਬਾਅਦ ਤੁਸੀਂ ਰਿਸ਼ਤਾ ਲੈ ਕੇ ਜਾਂਦੇ ਹੋ, ਉਹ ਵਧੀਆ ਲੱਗਦਾ ਹੈ। ਹੁਣ 50 ਜਗ੍ਹਾ ਪਹਿਲਾਂ ਤੁਸੀਂ ਦੇਖਦੇ ਹੋ ਵੀ ਆਹ ਰਿਸ਼ਤਾ ਮੈਂ ਕਰ ਲਾਂ, ਫਿਰ ਉਹਦੇ ਜਾ ਕੇ ਨਹੀਂ ਜੀ ਇਹਦਾ ਨੱਕ ਟੇਢਾ ਹੈ ਜੀ, ਇਹਦੀ ਅੱਖ ਟੇਢੀ ਹੈ ਜੀ, ਇਹ ਇੱਦਾਂ ਹੈ ਜੀ। ਇਹਦਾ ਮਤਲਬ ਕਲੀਅਰ ਹੈ ਕਿ ਤੁਸੀਂ ਕੁਦਰਤ ਨੂੰ ਚੈਲੰਜ ਕਰ ਰਹੇ ਹੋ, ਕਿਉਂਕਿ ਇੱਕ ਇਨਸਾਨ ਨੂੰ ਉਸ ਰੱਬ ਨੇ ਬਣਾਇਆ, ਔਰ ਜਿੱਥੇ ਤੁਸੀਂ ਕੁਦਰਤ ਨੂੰ ਚੈਲੰਜ ਕਰਨ ਲੱਗ ਗਏ ਉੱਥੇ ਫਿਰ ਕੁਛ ਨਹੀਂ ਬਚਦਾ। ਇੱਥੇ ਇੱਕ ਛੋਟੀ ਜਿਹੀ ਗੱਲ ਮੇਰੇ ਹੋਰ ਦਿਮਾਗ 'ਚ ਆਈ ਜਿਹੜੀ ਜੋੜਨੀ ਬਹੁਤ ਜ਼ਰੂਰੀ ਹੈ। ਦੇਖੋ, ਵਿਆਹ ਦਾ ਜਿਹੜਾ ਰਿਸ਼ਤਾ ਹੈ ਉਹ ਜੁੜਦਾ ਕਦੋਂ ਹੈ? ਕਦੋਂ ਜੁੜਦਾ? ਸਿੱਖ ਧਰਮ 'ਚ ਜਦੋਂ ਲਾਵਾਂ ਲੈ ਲਈਆਂ ਜਾਂਦੀਆਂ ਅਤੇ ਹਿੰਦੂ ਧਰਮ 'ਚ ਜਦੋਂ ਫੇਰੇ ਕਰ ਲਏ ਜਾਂਦੇ। ਤੁਸੀਂ ਮੈਨੂੰ ਸੱਚ ਦੱਸਿਓ, ਜਦੋਂ ਤੁਸੀਂ ਹੁਣ ਤੱਕ ਵਿਆਹ ਦੇਖੇ ਨੇ ਤਾਂ ਰਾਗੀ ਪਾਠੀ ਨੂੰ ਕੀ ਕਿਹਾ ਜਾਂਦਾ ਜਾ ਕੇ? ਉਹ ਅਸੀਂ ਲੇਟ ਹੋ ਗਏ ਹਾਂ, ਛੇਤੀ ਛੇਤੀ ਕਰਦੀ। ਜਿੱਥੇ ਤਾਂ ਤੁਹਾਨੂੰ ਉਹ ਅੰਡਰਸਟੈਂਡਿੰਗ ਦੀ ਜ਼ਰੂਰਤ ਹੈ, ਜਿੱਥੇ ਤਾਂ ਰਿਸ਼ਤੇ ਨੂੰ ਜੋੜਨ ਦੀ ਲੋੜ ਹੈ, ਉੱਥੇ ਤਾਂ ਤੁਹਾਡੀ ਜਲਦੀ ਜਲਦੀ ਹੈ। ਜਿੱਥੇ ਡੀਜੇ 'ਤੇ ਨੱਚਣਾ ਹੈ, ਜਿੱਥੇ ਅਸੀਂ ਦਾਰੂ ਪੀਣੀ ਹੈ, ਜਿੱਥੇ ਅਸੀਂ ਬੱਕਰੇ ਖਾਣੇ ਹੈ, ਉੱਥੇ ਸਾਨੂੰ ਟਾਈਮ ਚਾਹੀਦਾ। ਅਤੇ ਉਹ ਰਿਸ਼ਤੇ ਕਿੱਥੋਂ ਚੱਲਣਗੇ? ਦੋ ਚੀਜ਼ਾਂ ਹੋਰ ਸਮਝਣ ਦੀ ਲੋੜ ਹੈ। ਦੇਖੋ, ਜੇਕਰ ਲਾਵਾਂ ਵੇਲੇ ਆਨੰਦ ਕਾਰਜ ਦੇ ਸਮੇਂ ਜਿਹੜੀਆਂ 4 ਲਾਵਾਂ ਲਈਆਂ ਜਾ ਰਹੀਆਂ ਨੇ ਉਹਦੀ ਜੇ ਵਿਆਖਿਆ ਕੀਤੀ ਜਾਵੇ ਤਾਂ ਸ਼ਾਇਦ ਸਮਝਣ ਸਾਰਿਆਂ ਨੂੰ ਆਵੇ ਕਿ ਮੈਂ ਰੱਬ ਨਾਲ ਕੀ ਵਾਅਦਾ ਕਰ ਰਿਹਾ, ਮੈਂ ਕੀ ਵਾਅਦਾ ਕਰ ਰਿਹਾ। ਇਸ ਲਈ ਤਾਂ ਮੈਨੂੰ ਲੱਗਦਾ ਕਿ ਉਹ ਰਿਸ਼ਤੇ ਨਹੀਂ ਟੁੱਟਣਗੇ। ਜਿੱਥੇ ਛੇਤੀ ਛੇਤੀ ਕਰਦੇ ਬਸ ਗੱਲ ਖਤਮ ਕਰੀਏ, ਉੱਥੇ ਦਿਮਾਗ 'ਚ ਕੀ ਪਿਆ ਅਤੇ ਕੀ ਸੋਚਿਆ ਅਤੇ ਉਹ ਚੱਲਣਗੇ ਕਿੱਥੋਂ? ਸਰ, ਰਿਸ਼ਤੇ ਨਾਤੇ ਟੁੱਟਣ ਦੀਆਂ ਤੁਸੀਂ ਨੇ ਗੱਲਾਂ ਕੀਤੀਆਂ ਕਿ ਚੱਲਣਗੇ ਕਿੱਥੋਂ। ਸਵਾਲ ਹਰ ਕੋਈ ਖੜੇ ਕਰ ਦਿੰਦਾ ਕਿ ਚੱਲਣਗੇ ਕਿੱਥੋਂ, ਪਰ ਸੁਧਾਰਾਂ ਦੀ ਗੱਲ ਕੋਈ ਨਹੀਂ ਕਰਦਾ ਕਿ ਸੁਧਾਰ ਕੀ ਕੁਝ ਹੋਣੇ ਚਾਹੀਦੇ ਨੇ। ਤੁਸੀਂ ਨੇ ਸਾਰੇ ਵਿਚਾਰ ਰੱਖੇ ਨੇ, ਪਰ ਹੁਣ ਦਾ ਜੋ ਸਮਾਂ, ਇਹਨੂੰ ਸੁਧਾਰ ਦੇ ਲਈ ਕਿਹੜੇ ਕਿਹੜੇ ਕਦਮ ਨੇ ਸੰਸਥਾਵਾਂ ਨੂੰ ਜਾਂ ਇਤਿਹਾਸਕਾਰਾਂ ਨੂੰ, ਸਾਰੇ ਆਪਾਂ ਲੈ ਲਈਏ, ਉਹਨਾਂ ਨੂੰ ਕੀ ਕੀ ਕਦਮ ਚੱਕਣੇ ਚਾਹੀਦੇ ਨੇ ਕਿ ਜੋ ਹਾਲਾਤ ਅੱਜ ਦੇ ਬਣਦੇ ਜਾ ਰਹੇ ਨੇ ਉਹ ਕੁਝ ਨਾ ਕੁਝ ਉਹਨਾਂ ਦੇ ਵਿੱਚ ਸੁਧਾਰ ਹੋ ਜਾਵੇ? ਦੇਖੋ, ਇਹ ਮਤਲਬ ਜਿਹੜੇ ਲੈਕਚਰਾਂ 'ਚ ਤੁਸੀਂ ਆਮ ਹੀ ਸੁਣਦੇ ਹੋ ਉਹੀ ਗੱਲ ਮੈਂ ਅੱਜ ਫਿਰ ਕਹਿ ਰਿਹਾ ਕਿ ਪਹਿਲਾ ਘਰ ਸਕੂਲ ਹੁੰਦਾ ਜਾਂ ਪਹਿਲਾ ਸਕੂਲ ਘਰ ਹੁੰਦਾ। ਜੇ ਅਸੀਂ ਘਰ ਤੋਂ ਆਪਣੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰਾਂਗੇ, ਕਦਰਾਂ ਕੀਮਤਾਂ ਦੱਸਾਂਗੇ, ਤਾਂ ਉਹ ਪਰਿਵਾਰ ਟੁੱਟਣਗੇ ਨਹੀਂ। ਦੂਜੀ ਚੀਜ਼, ਜਿੰਨੀ ਦੇਰ ਤੱਕ ਇੱਕ ਜਿਹੜੀ ਸੱਸ ਹੈ ਉਹ ਆਪਣੀ ਕੁੜੀ ਨੂੰ ਕੁੜੀ ਅਤੇ ਨੂੰਹ ਨੂੰ ਨੂੰਹ ਸਮਝੇਗੀ, ਉਨੀ ਦੇਰ ਤੱਕ ਘਰ ਨਹੀਂ ਚੱਲਣਗੇ। ਜਦੋਂ ਨੂੰਹ ਨੂੰ ਵੀ ਆਪਣੀ ਕੁੜੀ ਮੰਨ ਲਿਆ ਜਾਏਗਾ ਤਾਂ ਉਹ ਰਿਸ਼ਤੇ ਜਿਹੜੇ ਆ ਉਹ ਜ਼ਿਆਦਾ ਦੇਰ ਚੱਲਣਗੇ। ਔਰ ਕੁੜੀਆਂ 'ਚ ਵੀ ਇਹੀ ਦਿੱਕਤ ਹੈ ਕਿ ਉਹ ਆਪਣੀ ਸੱਸ ਨੂੰ ਸੱਸ ਮੰਨਦੀਆਂ ਨੇ ਅਤੇ ਆਪਣੀ ਮਾਂ ਨੂੰ ਮਾਂ ਮੰਨਦੀਆਂ ਨੇ। ਇੱਕ ਪਹਿਲਾਂ ਹੀ ਉਹ ਜਿਹੜੇ ਕਹਾਣੀ ਘਰ ਘਰ ਕੀ ਇਹ ਸਿਸਟਮ ਸ਼ੁਰੂ ਹੋ ਗਿਆ ਸਾਡੇ ਘਰਾਂ ਦੇ ਵਿੱਚ, ਉਹ ਨਾਟਕ ਦੇਖਣੇ ਸ਼ੁਰੂ ਹੋ ਗਏ।
ਉਹ ਇੱਕ ਇਮੇਜ ਤਾਂ ਸਾਡੇ ਦਿਮਾਗ 'ਚ ਪਹਿਲਾਂ ਹੀ ਬਣ ਗਈ ਕਿ ਨਹੀਂ ਸੱਸਾਂ ਇੱਦਾਂ ਦੀਆਂ ਹੀ ਹੁੰਦੀਆਂ ਜਾਂ ਨੂੰਹਾਂ ਇੱਦਾਂ ਦੀਆਂ ਹੀ ਹੁੰਦੀਆਂ। ਉਹ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਅੱਗੇ ਆਉਂਦੀਆਂ ਨੇ ਉਹ ਰਿਸ਼ਤਿਆਂ ਨੂੰ ਫਿਰ ਤੋੜਦੀਆਂ ਨੇ। ਕਹਿਣ ਦਾ ਮੇਰਾ ਇਹੀ ਮਤਲਬ ਹੈ ਕਿ ਪਹਿਲੇ ਦਿਨ ਤੋਂ ਜਦੋਂ ਅਸੀਂ ਸੰਸਕਾਰ ਦੇਵਾਂਗੇ ਔਰ ਆਪਣੇ ਇਤਿਹਾਸ ਨਾਲ ਜੋੜਾਂਗੇ ਤਾਂ ਉਹ ਕਦਰਾਂ ਕੀਮਤਾਂ ਸਾਡੇ ਵਿੱਚ ਆਉਣਗੀਆਂ। ਦੂਜੀ ਚੀਜ਼, ਮੈਂ ਨਹੀਂ ਕਹਿੰਦਾ ਕਿ ਪੈਸਾ ਜ਼ਰੂਰੀ ਨਹੀਂ ਹੈ, ਪੈਸਾ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਘਰ ਚਲਾਉਣੇ ਨੇ, ਗ੍ਰਸਤੀ ਜੀਵਨ ਚਲਾਉਣਾ ਹੈ, ਪਰ ਪੈਸੇ ਨੂੰ ਇੰਨੀ ਅਹਿਮੀਅਤ ਨਾ ਦੇ ਦਿੱਤੀ ਜਾਵੇ ਕਿ ਰਿਸ਼ਤੇ ਨੂੰ ਖਤਮ ਕਰ ਲਿਆ ਜਾਵੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਦੇਖੋ ਕਿਸਾਨ ਮੋਰਚਾ ਚੱਲ ਰਿਹਾ ਹੈ, ਬਹੁਤ ਕੁਝ ਹੋਇਆ ਅਤੇ ਉਹਦੇ ਵਿੱਚ ਇੱਕ ਪੋਜ਼ੀਟਿਵ ਚੀਜ਼ ਜਿਹੜੀ ਬਹੁਤ ਵਧੀਆ ਮੈਨੂੰ ਲੱਗੀ ਉਹ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ, ਜਿਹੜੀ ਰਿਸ਼ਤਿਆਂ ਨਾਲ ਜੁੜੀ ਹੋਈ ਆ। 2 ਕਿਸਾਨ ਜਿਨ੍ਹਾਂ ਦੀ ਇੱਕ ਵੱਟ ਆ, ਆਪਸ 'ਚ ਲੜਾਈ ਚੱਲ ਰਹੀ ਹੈ, ਵੱਟ ਦਾ ਰੌਲਾ ਚੱਲ ਰਿਹਾ। ਜਦੋਂ ਕਿਸਾਨ ਮੋਰਚੇ 'ਚ ਪਹੁੰਚਦੇ ਨੇ ਤਾਂ ਇੱਕ ਜਿਹੜਾ ਹੈ ਉਹਨੂੰ ਚੱਕ ਕੇ ਚਾਹ ਦਾ ਕੱਪ ਦਿੰਦਾ ਵੀ ਚੱਲ ਯਾਰ ਜਿਹੜੇ ਵੱਟ ਦਾ ਰੌਲਾ ਉਹ ਪਿੰਡ ਰਹਿ ਗਿਆ, ਆਪਾਂ ਇੱਥੇ ਇਕੱਠੇ ਹਾਂ। ਉਹਨੂੰ ਚਾਹ ਪਿਲਾਉਂਦਾ, ਉਹ ਕਹਿੰਦਾ ਯਾਰ ਜਿਹੜਾ ਰੌਲਾ ਸੀ ਉਹ ਉੱਥੇ ਰਹਿ ਗਿਆ, ਆਪਾਂ ਇਸ ਰੌਲੇ ਨੂੰ ਹੀ ਖਤਮ ਕੀਤਾ। ਇੱਕ ਚਾਹ ਦੇ ਕੱਪ ਨੇ ਕਿੱਡਾ ਵੱਡਾ ਜਿਹੜਾ ਪੰਗਾ ਹੈ ਉਹ ਸੋਲਵ ਕਰ ਦਿੱਤਾ। ਸੋ ਰਿਸ਼ਤੇ, ਇੱਕ ਗੱਲ ਮੈਂ ਤੁਹਾਨੂੰ ਕਹਿੰਦਾ, ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਕਦੇ ਨਹੀਂ ਟੁੱਟਦੇ। ਜੇਕਰ ਕਿਸੇ ਭਰਾ ਨੂੰ ਕੋਈ ਮਾਰ ਵੀ ਰਿਹਾ ਨਾ, ਕਿਸੇ ਦਾ ਭਰਾ, ਜੇ ਨਹੀਂ ਵੀ ਬਣਦੀ, ਦੁੱਖ ਤਾਂ ਵੀ ਹੁੰਦਾ, ਦੁੱਖ ਤਾਂ ਵੀ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ, ਆਪਣੇ ਨੂੰ ਆਪ ਸਮਝਾਉਣ ਦੀ ਲੋੜ ਹੈ, ਆਪਣੇ ਧਰਮ ਨਾਲ ਜੋੜਨ ਦੀ ਲੋੜ ਹੈ, ਆਪਣੇ ਸੰਸਕਾਰਾਂ ਨਾਲ ਜੋੜਨ ਦੀ ਲੋੜ ਹੈ। ਫਿਰ ਇਹ ਸਾਰਾ ਕੁਛ ਸੈੱਟ ਹੋ ਜਾਏਗਾ। ਔਰ ਦੂਜੀ ਚੀਜ਼, ਆਪਸ ਦੇ ਵਿੱਚ ਸਾਨੂੰ ਜਿਹੜਾ ਹੈ ਕੰਪਰੋਮਾਈਜ਼ ਦੋਨੋਂ ਪਾਸਿਓਂ ਚਾਹੀਦਾ ਹੈ। ਇਹ ਨਹੀਂ ਹੈ ਕਿ ਆਕੜ ਕੇ ਰਹਿਣਾ ਚਾਹੀਦਾ, ਕਿਉਂਕਿ ਬੜੀ ਵਧੀਆ ਐਗਜ਼ਾਮਪਲ ਵੀ ਹੈ ਕਿ ਫਲ ਉਹਨੂੰ ਲੱਗਦੇ ਨੇ ਜਿਹੜੇ ਪੇੜ ਝੁਕਦੇ ਨੇ, ਠੀਕ ਹੈ, ਅਤੇ ਜਿਹੜੇ ਸਿੱਧੇ ਖੜ੍ਹੇ ਰਹਿੰਦੇ ਨੇ ਫਿਰ ਉਹ ਤਾਂ ਆਕੜ ਦੀ ਨਿਸ਼ਾਨੀ ਹੈ, ਜ਼ਿੰਦਗੀ ਤਾਂ ਫਿਰ ਝੁਕਣ ਦਾ ਹੀ ਨਾਮ ਹੈ। ਸੋ ਇਸ ਕਰਕੇ ਜਿੱਥੇ ਕੰਪਰੋਮਾਈਜ਼ ਹੋਣਗੇ, ਜਿਹੜੇ ਰਿਸ਼ਤਿਆਂ ਨੂੰ ਸੰਭਾਲ ਕੇ ਚੱਲਣ ਦੀ ਕੋਸ਼ਿਸ਼ ਹੋਏਗੀ, ਉੱਥੇ ਸਾਰੇ ਰਿਸ਼ਤੇ ਚੱਲਣਗੇ। ਬਹੁਤ ਬਹੁਤ ਸ਼ੁਕਰੀਆ ਸਰ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ। ਧੰਨਵਾਦ ਜੀ। ਪ੍ਰੋਫੈਸਰ ਜੁਝਾਰ ਸਿੰਘ ਜਿਨ੍ਹਾਂ ਨੇ ਰਿਸ਼ਤੇ ਨਾਤਿਆਂ ਦੇ ਉੱਪਰ ਜੋ ਅੱਜ ਦੇ ਹਾਲਾਤ ਚੱਲ ਰਹੇ ਨੇ, ਸਰ ਨੇ ਕਿ ਸੌਦੇਬਾਜ਼ੀਆਂ ਵੀ ਹੋ ਰਹੀਆਂ ਨੇ, ਰਿਸ਼ਤੇ ਨਾਤਿਆਂ ਨੂੰ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਕਿਤੇ ਨਾ ਕਿਤੇ ਪੇਰੈਂਟਸ ਨੂੰ ਵੀ ਇਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕਿ ਰਿਸ਼ਤਿਆਂ ਦੀ ਸਮਝਾਇਆ ਨਹੀਂ ਜਾ ਰਿਹਾ ਬੱਚਿਆਂ ਨੂੰ, ਤਾਂ ਕਰਕੇ ਜਿਹੜੇ ਨੇ ਅੱਗੇ ਜਾ ਕੇ ਇਨ ਫਿਊਚਰ ਉਹ ਜਿਹੜੇ ਨੇ ਰਿਸ਼ਤਿਆਂ ਨੂੰ ਸਹੀ ਤਰ੍ਹਾਂ ਨਾਲ ਨਿਭਾ ਨਹੀਂ ਪਾਉਂਦੇ, ਕਿ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ। ਜੋ ਹੁਣ ਵਿਆਹਾਂ ਦਾ ਰੌਲਾ ਚੱਲ ਰਿਹਾ ਕਿ ਬਾਹਰ ਕੁੜੀਆਂ ਨੇ ਜਾ ਕੇ ਇਸ ਤਰ੍ਹਾਂ ਕਰਤਾ, ਉਹਦੇ ਬਾਰੇ ਵੀ ਸਰ ਨੇ ਬੜੀ ਵਧੀਆ ਵਿਚਾਰ ਚਰਚਾ ਕੀਤੀ। ਲੋੜ ਅੱਜ ਦੇ ਟਾਈਮ ਦੇ ਵਿੱਚ ਰਿਸ਼ਤਿਆਂ ਨੂੰ ਸਾਂਭਣ ਦੀ, ਕਿਉਂਕਿ ਪੈਸੇ ਦੇ ਪਿੱਛੇ ਜ਼ਰੂਰ ਤੁਸੀਂ ਜਾਓ, ਪੈਸਾ ਜ਼ਰੂਰ ਕਮਾਓ, ਪਰ ਇੰਨਾ ਬਣਾ ਕੇ ਪੈਸਾ ਤੁਹਾਡੇ ਰਿਸ਼ਤਿਆਂ ਦੇ ਉੱਪਰ ਹਾਵੀ ਹੋ ਕੇ ਜਿਹੜੇ ਸਾਰੇ ਰਿਸ਼ਤੇ ਨਾਤੇ ਨੇ ਉਹ ਖਰਾਬ ਕਰ ਦੇਵੇ। ਉਮੀਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਨਾਲ ਤੁਹਾਨੂੰ ਸਾਡੀ ਇਹ ਕਵਰੇਜ ਪਸੰਦ ਆਈ ਹੋਊਗੀ। ਕਿਸੇ ਹੋਰ ਵਧੀਆ ਇਨਸਾਨ ਦੇ ਨਾਲ ਤੁਹਾਡੇ ਤੱਕ ਜਲਦੀ ਪਹੁੰਚ ਕਰਾਂਗੇ। ਇਜਾਜ਼ਤ ਦਿਓ, ਪ੍ਰਾਈਡ ਪੰਜਾਬ TV ਦੇਖਦੇ ਰਹੋ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।